ਮਨਮੋਹਨ ਬਾਵਾ ਦਾ ਲਿਖਿਆ ਨਾਵਲ ਪ੍ਰਕਿਰਤੀ ਦੇ ਰੰਗ ਹਜ਼ਾਰ ਭਾਗ ਪਹਿਲਾ। ਜਦੋਂ ਅਮਰ ਚੰਬਾ ਤੋਂ ਆਪਣੀ ਟਿਕਟ ਲੈ ਕੇ ਚੰਬੇ ਤੋਂ ਇਸ ਬੱਸ ਦੇ ਵਿੱਚ ਬੈਠਿਆ ਤਾਂ ਉਸ ਨੂੰ ਆਸ ਨਹੀਂ ਸੀ ਕਿ ਇਹ ਬੱਸ ਉਹਨੂੰ ਰਾਣੀਕੋਟ ਪਹੁੰਚਾ ਦੇਵੇਗੀ। ਬੱਸ ਦੀਆਂ ਸੀਟਾਂ 'ਤੇ ਬੈਠੀਆਂ ਸਵਾਰੀਆਂ ਦੇ ਇਲਾਵਾ ਕੁਝ ਖੜੀਆਂ ਅਤੇ 2-3 ਤੀਵੀਆਂ ਸੀਟਾਂ ਵਿਚਕਾਰ ਆਪਣੀਆਂ ਗਠੜੀਆਂ ਰੱਖ ਕੇ ਉੱਪਰ ਬੈਠੀਆਂ ਹੋਈਆਂ ਸਨ। ਪਹਾੜ 'ਚ ਰਹਿਣ ਵਾਲੇ ਗਧੀਏ ਦੇ ਇਲਾਵਾ ਮੁਸਲਮਾਨ ਦਿਸਦੇ 3 ਆਦਮੀ ਅਤੇ 1 ਤੀਵੀਂ ਵੀ ਬੈਠੇ ਸਨ। ਉਸ ਵਰਗਾ ਸ਼ਹਿਰੀ ਦਿਸਣ ਵਾਲਾ ਸਿਰਫ 1 ਆਦਮੀ। ਕੁਝ ਦੇਰ ਬਾਅਦ ਕੰਡਕਟਰ ਆਪਣੀਆਂ ਟਿਕਟਾਂ ਵਾਲਾ ਚਮੜੇ ਦਾ ਝੋਲਾ ਮੋਢੇ ਨਾਲ ਲਮਕਾਈ ਅੰਦਰ ਆਇਆ। ਬੱਸ 'ਚ ਬੈਠੀਆਂ ਸਵਾਰੀਆਂ ਵੱਲ ਨਜ਼ਰ ਮਾਰੀ ਅਤੇ ਬੱਸ ਨੂੰ ਚੱਲਣ ਲਈ ਸੀਟੀ ਵਜਾ ਦਿੱਤੀ। ਡਰਾਈਵਰ ਨੇ ਮੂੰਹ ਨਾਲ ਲਾਈ ਸਿਗਰਟ ਦੇ 2-3 ਲੰਬੇ ਕੱਸ ਖਿੱਚੇ। ਬੱਸ ਸਟਾਰਟ ਕੀਤੀ ਅਤੇ ਤਾਰਕੋਲ ਦੀ ਸੜਕ 'ਤੇ ਚਲਾ ਦਿੱਤੀ। 10-12 ਮਿੰਟਾਂ ਤੱਕ ਇਸ ਛੋਟੇ ਜਿਹੇ ਸ਼ਹਿਰ 'ਚ ਨਿਕਲਣ ਤੋਂ ਬਾਅਦ ਬੱਸ ਇੱਕ ਨਦੀ ਦੇ ਕੰਢੇ ਚੱਲਣ ਲੱਗੀ। ਹਰ ਅੱਧੇ ਪੌਣੇ ਘੰਟੇ ਬਾਅਦ ਬੱਸ ਰੁਕਦੀ, ਕੁਝ ਸਵਾਰੀਆਂ ਉਤਰਦੀਆਂ, ਕੁਝ ਚੜ੍ਹਦੀਆਂ। 2 ਘੰਟੇ ਬਾਅਦ ਮੁਸਲਮਾਨ ਦਿਸਦੇ ਆਦਮੀਆਂ ਤੀਵੀਆਂ ਆਪਣੀਆਂ ਪਿੱਤਲ ਦੀਆਂ ਬਲਟੋਈਆਂ ਲੈ ਕੇ ਉਤਰ ਗਏ। ਇੱਕ ਗੱਦੀ ਆਪਣੇ ਨਾਲ ਇੱਕ ਰਿਛ ਵਰਗਾ ਕਾਲੀ ਜੱਤ ਵਾਲਾ ਕੁੱਤਾ ਅਤੇ ਇੱਕ ਤੀਵੀਂ ਆਪਣੇ ਕੁੱਛੜ ਚੁੱਕਿਆ ਭੇਡ ਦਾ ਲੇਲਾ ਚੁੱਕ ਕੇ ਆਣ ਵੜੇ। ਗੱਦੀ ਨੇ ਅੰਦਰ ਆ ਕੇ ਆਪਣੀ ਗਾੜੀ ਅਮਰ ਦੀ ਸੀਟ ਕੋਲ ਰੱਖੀ ਅਤੇ ਉਸ ਉੱਪਰ ਬੈਠ ਗਿਆ, ਨਾਲ ਹੀ ਉਸ ਦਾ ਕੁੱਤਾ ਵੀ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਮੁਸਲਮਾਨ ਦਿਸਦੇ ਆਦਮੀ ਤੀਵੀਆਂ ਗੁਜਰ ਕਬੀਲੇ ਨਾਲ ਸੰਬੰਧ ਰੱਖਦੇ ਹਨ। ਚੜ੍ਹਾਈਆਂ ਚੜ੍ਹਦੀ ਉਤਰਦੀ ਖੜਖੜ ਕਰਦੀ ਬੱਸ 6-7 ਘੰਟੇ ਬਾਅਦ ਆਪਣੇ ਪੜਾਅ 'ਤੇ ਪਹੁੰਚ ਗਈ। ਇੱਥੋਂ ਤੱਕ ਪਹੁੰਚਦਿਆਂ 7-8 ਸਵਾਰੀਆਂ ਦੇ ਇਲਾਵਾ ਬਾਕੀ ਸਾਰੀਆਂ ਰਸਤੇ 'ਚ ਉਤਰਦੀਆਂ ਗਈਆਂ ਸਨ। ਅਮਰ ਵੀ ਆਪਣਾ ਪਿੱਠੂ ਚੁੱਕ ਕੇ ਉਤਰ ਗਿਆ। ਗੱਦੀ ਆਪਣੇ ਕੁੱਤੇ ਨੂੰ ਲੈ ਕੇ ਉੱਪਰ ਵੱਲ ਜਾ ਰਹੀ ਇੱਕ ਸੌੜੀ ਜਿਹੀ ਪਗਡੰਡੀ 'ਤੇ ਤੁਰ ਪਿਆ। 4 ਸਵਾਰੀਆਂ ਸੜਕ ਦੇ ਇੱਕ ਪਾਸੇ ਇੱਕ ਚਟਾਨ ਦੀ ਓਟ 'ਚ ਬਣੀ ਚਾਹ ਦੀ ਦੁਕਾਨ 'ਤੇ ਜਾ ਬੈਠੇ। ਅਮਰ ਨੂੰ ਭੁੱਖ ਲੱਗੀ ਹੋਈ ਸੀ। ਉਹ ਵੀ ਇੱਕ ਟੁੱਟੇ ਜਿਹੇ ਬੈਂਚ 'ਤੇ ਜਾ ਬੈਠਿਆ। ਦੁਕਾਨ 'ਚ ਉਬਲੇ ਹੋਏ ਛੋਲਿਆਂ ਦੇ ਇਲਾਵਾ ਹੋਰ ਕੁਝ ਨਹੀਂ ਸੀ। ਬਾਕੀਆਂ ਵਾਂਗ ਉਸਨੇ ਵੀ ਚਾਹ ਅਤੇ ਛੋਲਿਆਂ ਦੀ ਪਲੇਟ ਦਾ ਆਰਡਰ ਦੇ ਦਿੱਤਾ। ਦੁਕਾਨ ਵਾਲਾ ਤੇ ਹੋਰ ਸਾਰੇ ਉਸ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਸਨ। ਆਖਰ ਇੱਕ ਨੇ ਪੁੱਛ ਹੀ ਲਿਆ, ਤੁਸੀਂ ਕਿੱਥੇ ਨੂੰ ਜਾਣਾ ਹੈ? ਮੈਂ ਖੰਨਾ ਸਾਹਿਬ ਦੇ ਬਾਗ ਜਾਣਾ ਹੈ। ਕਿੰਨੀ ਕੁ ਦੂਰ ਹੋਵੇਗਾ ਇੱਥੋਂ? ਸਾਰਿਆਂ ਨੇ ਉਸ ਵੱਲ ਗੌਰ ਨਾਲ ਤੱਕਿਆ। ਇੱਕ ਬੋਲਿਆ, ਸਿਆਹਾਂ ਦੇ ਬਾਗ ਹੋਊ ਕਿੰਨੇ 3-4 ਮੀਲ। ਨਹੀਂ ਜ਼ਿਆਦਾ ਹੀ ਹੋਊ। ਦੂਜਾ ਬੋਲ ਉੱਠਿਆ, ਤੁਸਾਂ ਠੇਕਾ ਲਿਆ ਸੀ ਸਿਆਂ ਦਾ? ਨਹੀਂ, ਠੇਕਾ ਠੂਕਾ ਨਹੀਂ, ਕੁਝ ਦਿਨ ਉੱਥੇ ਜਾ ਕੇ ਰਹਾਂਗਾ। ਸਾਰੇ ਵਾਰੀ ਉਸ ਨੂੰ ਰਸਤੇ ਬਾਰੇ ਦੱਸਣ ਲੱਗੇ। ਜੋ ਉਸ ਨੂੰ ਸਮਝ 'ਚ ਆਇਆ ਉਹ ਇਹ ਕਿ ਰਸਤੇ 'ਚ ਇੱਕ ਪਿੰਡ, ਦੇਵੀ ਦਾ ਇੱਕ ਮੰਦਰ ਤੇ ਫਿਰ ਜੰਗਲ। ਚਾਹ ਅਤੇ ਛੋਲਿਆਂ ਦੇ ਪੈਸੇ ਦੇ ਕੇ ਜਦੋਂ ਤੁਰਨ ਲੱਗਾ ਤਾਂ ਚਾਹ ਵਾਲੇ ਨੇ ਉਸ ਨੂੰ ਇੱਕ 4 ਫੁੱਟ ਲੰਬੀ ਸੋਟੀ ਫੜਾਉਂਦਿਆਂ ਕਿਹਾ, ਇਹ ਫੜ ਲਵੋ, ਰਸਤੇ 'ਚ ਕੰਮ ਆਵੇਗੀ। ਉਤਰਾਈ ਚੜ੍ਹਦਿਆਂ ਉਤਰਦਿਆਂ ਸਾਹ ਚੜ੍ਹਨ ਲੱਗ ਪਿਆ ਤੇ ਵੀ ਲੱਗ ਆਈ। ਬੱਸ ਦਾ ਸਫ਼ਰ ਕਰਦਿਆਂ ਬੋਤਲ 'ਚ ਭਰਿਆ ਸਾਰਾ ਪਾਣੀ ਪੀ ਲਿਆ ਹੋਇਆ ਸੀ। ਦੁਕਾਨ ਤੋਂ ਤੁਰਨ ਲੱਗਿਆਂ ਬੋਤਲ ਭਰਨ ਦਾ ਚੇਤਾ ਹੀ ਨਹੀਂ ਰਿਹਾ। ਸ਼ੁਕਰ ਇਹ ਕਿ ਤੁਰਦਿਆਂ ਹੁਣ ਉਹ ਕਾਫੀ ਉਚਾਈ 'ਤੇ ਪਹੁੰਚ ਗਿਆ ਸੀ। ਵਾਤਾਵਰਨ 'ਚ ਠੰਡਕ ਸੀ। ਕੁਝ ਸਮਤਲ ਰਸਤਾ ਹੋਣ ਤੋਂ ਬਾਅਦ ਉਹ ਕਿਸੇ ਪਾਣੀ ਦੇ ਝਰਨੇ ਦੀ ਆਸ ਕਰਦਿਆਂ ਹੌਲੀ ਤੁਰਦਾ ਗਿਆ। ਪਗਡੰਡੀ ਦੇ ਦੋਵੇਂ ਪਾਸੇ ਹੁਣ ਸਿਆਂ ਦੇ ਰੁੱਖ ਦਿਸਣ ਲੱਗੇ। ਉਹਨਾਂ ਦੀਆਂ ਟਾਹਣੀਆਂ ਕੱਚੇ ਪੱਕੇ ਸਿਆਂ ਨਾਲ ਭਰੀਆਂ ਪਈਆਂ ਸਨ। ਉਹ ਝੋਲੇ 'ਚ ਚਾਕੂ ਕੱਢ ਕੇ ਇੱਕ ਲਾਲ ਜਿਹਾ ਪੱਕਿਆ ਸਿਓ ਤੋੜ ਨਹੀਂ ਲੱਗਾ ਸੀ ਕਿ ਉਹਨੂੰ ਆਪਣੇ ਤੋਂ ਜ਼ਰਾ ਕੁ ਦੂਰ ਪੱਥਰ ਚੁਣ ਕੇ ਬਣਾਏ ਥੜੇ ਉੱਤੇ ਇੱਕ 28-30 ਵਰ੍ਹਿਆਂ ਦਾ ਆਦਮੀ ਬੈਠਿਆ ਦਿਸਿਆ, ਜੋ ਅਮਰ ਵੱਲ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਉਸ ਕੋਲ ਪਹੁੰਚ ਕੇ ਅਮਰ ਨੇ ਆਪਣੇ ਮੋਢੇ 'ਤੇ ਚੁੱਕਿਆ ਪਿੱਠੂ ਉਤਾਰਿਆ ਅਤੇ ਥੜੇ 'ਤੇ ਬੈਠਦਿਆਂ ਆਖਿਆ, ਇੱਥੇ ਕਿਤੇ ਪਾਣੀ ਮਿਲ ਜਾਏਗਾ ਪੀਣ ਲਈ? ਉਹ ਆਦਮੀ ਅਮਰ ਨੂੰ ਸਿਉਆਂ ਦੇ ਰੁੱਖਾਂ ਵਿਚਕਾਰ ਬਣੇ ਆਪਣੇ 2 ਕਮਰਿਆਂ ਦੇ ਮਕਾਨ 'ਚ ਲੈ ਗਿਆ। ਪਾਣੀ ਪਿਲਾਇਆ, ਖਾਣ ਲਈ ਮੱਠੀਆਂ ਜਿਹੀਆਂ ਦਿੱਤੀਆਂ। ਜਦੋਂ ਉਸਦੇ ਪੁੱਛਣ 'ਤੇ ਅਮਰ ਨੇ ਦੱਸਿਆ ਕਿ ਉਹ ਖੰਨਾ ਸਾਹਿਬ ਦੇ ਆਰਚਰਡ ਵੱਲ ਜਾ ਰਿਹਾ ਹੈ ਤਾਂ ਉਸਨੇ ਆਖਿਆ,
ਉਹ ਤਾਂ ਹਲੇ ਬਹੁਤ ਦੂਰ ਹੈ, ਰਸਤੇ 'ਚ ਹੀ ਰਾਤ ਪੈ ਜਾਵੇਗੀ। ਪਿੱਛੇ ਰਾਣੀ ਕੋਟ ਦੀ ਦੁਕਾਨ 'ਤੇ ਤਾਂ ਕਿਸੇ ਨੇ ਦੱਸਿਆ ਸੀ ਕਿ 4-5 ਮੀਲ ਹੈ। ਸੁਣ ਕੇ ਉਹ ਕੁਝ ਹੱਸਿਆ ਤੇ ਬੋਲਿਆ, ਅਸੀਂ ਪਹਾੜੀ ਮਾਨੂਆਂ ਨੂੰ ਤਾਂ ਪੈਂਡੇ ਦਾ ਸਹੀ ਪਤਾ ਹੁੰਦਾ, ਨਾ ਘੰਟਿਆਂ ਦਾ। 8 ਮੀਲ ਨੂੰ 2-2.5 ਮੀਲ ਅਤੇ 6-7 ਘੰਟੇ ਦੀ ਵਾਟ ਨੂੰ ਕਹਿਣਗੇ। ਬਸ ਥੋੜ੍ਹੀ ਦੇਰ 'ਚ ਹੀ 2 ਕੁ ਮੋੜ ਮੁੜਦਿਆਂ ਹੀ। ਸੁਣ ਕੇ ਅਮਰ ਸੋਚਾਂ ਵਿੱਚ ਪੈ ਗਿਆ। ਅੱਜ ਸਾਹਿਬ ਜੀ ਇੱਥੇ ਹੀ ਰਾਤ ਕੱਟ ਲਓ, ਮੇਰੇ ਗਰੀਬ ਖਾਨੇ 'ਚ। ਰਾਤ ਦੇ ਇਲਾਵਾ ਅੱਗੇ ਜੰਗਲ, ਭਾਲੂ ਅਤੇ ਚਿਤਰੇ। ਇਸ ਤੋਂ ਪਹਿਲਾਂ 2 ਕੁ ਵਾਰੀ ਆਪਣੇ ਦੋਸਤ ਨਾਲ ਪਰਬਤ ਦੀਆਂ 3-3, 4-4 ਦਿਨ ਦੀਆਂ ਯਾਤਰਾਵਾਂ 'ਤੇ ਜਾ ਚੁੱਕਿਆ ਸੀ। ਇਸ ਲਈ ਇਸ ਦੀਆਂ ਗੱਲਾਂ ਅਤੇ ਰਾਤ ਉਸ ਕੋਲ ਰੁਕ ਜਾਣ ਦਾ ਸੁਣ ਕੇ ਹੈਰਾਨੀ ਨਹੀਂ ਹੋਈ। ਉਸ ਦਾ ਵਿਚਾਰ ਸੀ ਕਿ ਸ਼ਾਇਦ ਉਸ ਦੀ ਬੀਵੀ ਵਗੈਰਾ ਵੀ ਹੋਵੇਗੀ, ਪਰ ਪਤਾ ਲੱਗਾ ਕਿ ਉਹ ਇਕੱਲਾ ਹੀ ਹੈ ਸਿਆਣ ਦੀ ਰਾਖੀ ਕਰਨ ਲਈ। ਪਿੰਡ ਉਸ ਦਾ ਕੁਝ ਦੂਰ ਸੀ ਅਤੇ ਬੀਵੀ ਬੱਚੇ ਵੀ। ਰਾਤ ਨੂੰ ਉਸਨੇ ਸਿਆਵਾਂ ਦੀ ਹੀ ਸਬਜ਼ੀ ਬਣਾਈ ਅਤੇ ਮੱਕੀ ਦੀ ਰੋਟੀ। ਰੋਟੀ ਖਵਾਉਂਦਿਆਂ ਆਪਣੀਆਂ ਗੱਲਾਂ ਸੁਣਾਉਂਦਾ ਗਿਆ। ਸਿਆਂ ਦੀਆਂ ਕਿਸਮਾਂ, ਭਾਲੂ ਅਤੇ ਚੀਤਿਆਂ ਦੀਆਂ, ਆਪਣੀਆਂ ਭੇਡਾਂ ਦੀਆਂ, ਅਤੇ ਇਹ ਵੀ ਇੱਕ ਵਾਰੀ ਇੱਕ ਨਾਚ ਮੰਡਲੀ ਨਾਲ 26 ਜਨਵਰੀ ਵਾਲੇ ਦਿਨਾਂ 'ਚ ਦਿੱਲੀ ਵੀ ਗਿਆ ਸੀ। ਕੁਝ ਫੋਟੋ ਵੀ ਵਿਖਾਉਂਦਾ ਰਿਹਾ। ਉਸ ਨੂੰ ਵੀ ਜਿਵੇਂ ਕਿਸੇ ਸ਼ਹਿਰੋਂ ਦਿੱਲੀ ਤੋਂ ਆਏ ਆਦਮੀ ਨਾਲ ਗੱਲਾਂ ਕਰਦਿਆਂ ਚੰਗਾ ਲੱਗ ਰਿਹਾ ਸੀ। ਅਗਲੀ ਸਵੇਰ ਉਸਨੇ ਚਲਾਈ ਜੰਗਲ 'ਚ ਤੋੜ ਕੇ ਅਤੇ ਮੱਕੀ ਦੇ ਆਟੇ ਨਾਲ ਮਿਲਾ ਕੇ ਮੋਟੀਆਂ-ਮੋਟੀਆਂ ਰੋਟੀਆਂ ਬਣਾਈਆਂ ਅਤੇ ਉਹਨਾਂ ਉੱਪਰ ਅਚਾਰ ਰੱਖ ਕੇ ਉਸਦੇ ਹੱਥ ਫੜਾ ਦਿੱਤੀਆਂ। ਰੋਟੀਆਂ ਖਾਣ ਅਤੇ ਉਸ ਦਾ ਧੰਨਵਾਦ ਕਰਨ ਤੋਂ ਬਾਅਦ ਜਦੋਂ ਅਮਰ ਤੁਰਨ ਲੱਗਾ ਤਾਂ ਉਸਨੇ ਆਖਿਆ, ਤੁਰਦਿਆਂ ਸੋਟੀ ਨੂੰ ਰਸਤੇ 'ਚ ਪੱਥਰਾਂ, ਝਾੜੀਆਂ 'ਤੇ ਮਾਰਦੇ ਜਾਣਾ। ਜੇ ਕਿਤੇ ਭਾਲੂ ਰਸਤੇ 'ਚ ਆ ਰਿਹਾ ਹੋਵੇ ਤਾਂ ਆਵਾਜ਼ ਸੁਣ ਕੇ ਇੱਕ ਪਾਸੇ ਚਲਿਆ ਜਾਵੇਗਾ। ਅਮਰ ਆਪਣਾ ਪਿੱਠੂ ਚੁੱਕ ਕੇ ਤੁਰ ਪਿਆ। ਜਿਉਂ-ਜਿਉਂ ਉਹ ਅੱਗੇ ਵੱਧਦਾ ਗਿਆ, ਪਗਡੰਡੀ ਚੌੜੀ ਹੁੰਦੀ ਗਈ। ਸਿਉਆਂ ਦੇ ਬਾਗਾਂ ਤੋਂ ਬਾਅਦ ਦੇਵਦਾਰ ਦਾ ਘਣਾ ਜੰਗਲ, ਖੱਬੇ ਪਾਸੇ ਪੀਰ ਪੰਜਾਲ ਪਰਬਤ ਦੀਆਂ ਬਰਫਾਂ ਨਾਲ ਢਕੀਆਂ ਚੋਟੀਆਂ ਦੇ ਸਰੰਗਾਂ ਸਨ। ਰਸਤੇ 'ਚ 2 ਪਹਾੜੀ ਹਿਰਨ ਵੀ ਨਜ਼ਰ ਆਏ। ਇੱਕ ਪਹਾੜੀ ਕੁੱਕੜ ਜੋ ਅਮਰ ਨੂੰ ਵੇਖ ਕੇ ਜੰਗਲ 'ਚ ਅਲੋਪ ਹੋ ਗਏ। ਇੰਜ ਲੱਗ ਰਿਹਾ ਸੀ ਜਿਵੇਂ ਇਸ ਜੰਗਲ ਰਸਤੇ ਉੱਤੇ ਮਨੁੱਖ ਦੇ ਪੈਰ ਕਦੀ-ਕਦੀ ਹੀ ਪੈਂਦੇ ਹਨ। ਆਕਾਸ਼ ਦੇ ਦਸੰਦੇ ਵੱਲ ਢਲਦੇ ਜਾ ਰਹੇ ਸੂਰਜ ਵੱਲ ਤੱਕਦਿਆਂ ਸੋਚਣ ਲੱਗਾ ਕਿ ਉਹ ਹਨੇਰਾ ਹੋਣ ਤੋਂ ਪਹਿਲਾਂ ਬਾਗ 'ਚ ਪਹੁੰਚ ਹੀ ਜਾਵੇਗਾ। ਜੀ ਕੀਤਾ ਕਿ ਸਾਹ ਲੈਣ ਲਈ ਕਿਤੇ ਬੈਠ ਜਾਵੇ, ਪਰ ਬਾਗ 'ਚ ਪਹੁੰਚ ਜਾਣ ਦੇ ਤੋਖਲੇ ਨੇ ਉਸ ਨੂੰ ਬੈਠਣ ਨਾ ਦਿੱਤਾ। ਕਿਉਂ ਤੁਰ ਪਿਆ ਮੈਂ ਇਹਨਾਂ ਅਣਜਾਣੀਆਂ ਜੰਗਲੀ ਪਗਡੰਡੀਆਂ 'ਤੇ? ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ। ਪਰ ਕਰਦਾ ਵੀ ਤਾਂ ਕੀ ਕਰਦਾ? ਪਰਮਾਤਮਾ ਨੇ ਜੀਵਨ ਦਿੱਤਾ ਹੈ ਤਾਂ ਸਮੇਂ ਤੋਂ ਪਹਿਲਾਂ ਮਰਿਆ ਵੀ ਨਹੀਂ ਜਾ ਸਕਦਾ। ਜਿਉਣ ਲਈ ਰੋਟੀ ਅਤੇ ਛੱਤ ਦੇ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਜੇਬ ਖਾਲੀ ਪਰ ਮਸਤਕ ਭਰਿਆ ਹੋਇਆ ਆਦਰਸ਼ਾਂ ਨਾਲ, ਵਿਚਾਰਾਂ ਨਾਲ, ਸਵੈ ਅਭਿਮਾਨ ਨਾਲ। ਸਾਰੀ ਉਮਰ ਇੱਕ ਚੱਕਰਵਿਊਹ, 9-10 ਵਜੇ ਤੋਂ 5-6 ਵਜੇ ਤੱਕ ਦਫ਼ਤਰਾਂ, ਕੰਮਕਾਰਾਂ, ਕਮਾਈ ਦੇ ਸਾਧਨ ਜਟਾਉਣ ਵਿੱਚ, ਘਰ ਆ ਕੇ ਬੀਵੀ, ਬੱਚੇ ਤੇ ਟੈਲੀਵਿਜ਼ਨ। ਹੋਰ ਕਿਸੇ ਨੂੰ ਕਾਮਯਾਬ ਹੋਣ ਦੀ ਧੁਨ। ਕਾਮਯਾਬੀ ਦਾ ਇੱਕੋ ਭਾਵ ਜ਼ਿਆਦਾ ਤੋਂ ਜ਼ਿਆਦਾ ਕਮਾਈ ਜਾਂ ਪ੍ਰਸਿੱਧੀ। ਚੱਲ ਅਮਰ ਸਿਆਂ, ਜੋ ਹੋਵੇਗੀ ਵੇਖਿਆ ਜਾਵੇਗਾ, ਉਸ ਨੇ ਆਪਣੇ ਆਪ ਨੂੰ ਆਖਿਆ। ਕੁਝ ਅੱਗੇ ਜਾ ਕੇ ਇੱਕ ਨਾਲੇ ਉੱਪਰ ਬਾਲੇ ਪਾ ਕੇ ਆਪਣੇ ਸਲੇਟਾਂ ਰੱਖ ਕੇ ਬਣਾਏ ਪੁਲ ਨੂੰ ਪਾਰ ਕੀਤਾ। ਅੱਗੇ ਵਧਣ ਤੋਂ ਪਹਿਲਾਂ ਵਗਦੇ ਨਾਲੇ 'ਚ ਪਾਣੀ ਪੀਤਾ ਅਤੇ ਮੁੜ ਤੁਰ ਪਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਸਿਉਆਂ ਦੇ ਰੁੱਖ ਨਜ਼ਰ ਆਉਣ ਲੱਗੇ। ਨੇੜੇ ਪਹੁੰਚ ਕੇ ਇੱਕ ਪੁਰਾਣਾ ਜਿਹਾ ਸਾਈਨ ਬੋਰਡ ਨਜ਼ਰ ਆਇਆ, ਜਿਸ ਉੱਪਰ ਮੁਸ਼ਕਲ ਨਾਲ ਖੱਖਾ ਅਤੇ ਨ ਹੀ ਪੜ੍ਹਿਆ ਜਾ ਸਕਦਾ ਸੀ। ਇਹੀ ਖੰਨਾ ਆਰਚਰਡ ਹੋਵੇਗਾ, ਉਸ ਦੇ ਮਨ ਹੀ ਮਨ ਆਖਿਆ। ਫਿਰ ਰੁੱਖ ਦੀਆਂ ਟਾਹਣੀਆਂ ਨਾਲ ਬਣੇ ਇੱਕ ਫਾਟਕ ਜਿਹੇ ਨੂੰ ਪਾਰ ਕਰਕੇ ਉਹ ਅੰਦਰ ਵੜ ਗਿਆ। ਕੱਲਾ ਬਾਗ, ਕਈ ਕਿਲੋਮੀਟਰ ਤੱਕ ਕੋਈ ਪਿੰਡ ਨਹੀਂ। ਐਸੀ ਚੁੱਪ ਜਿਵੇਂ ਦੁਨੀਆ 'ਚ ਇਸ ਬਾਗ ਅਤੇ ਇੱਕ ਝੋਪੜੀ ਦੇ ਇਲਾਵਾ ਹੋਰ ਕੁਝ ਨਾ ਹੋਵੇ। ਉਸ ਦੇ ਮਿੱਤਰ ਕੇਵਲ ਕਿਸ਼ਨ ਦੇ ਦੱਸਣ ਮੁਤਾਬਕ ਉਸ ਦਾ ਦਾਦਾ ਜੰਗਲਾਂ ਦਾ ਠੇਕੇਦਾਰ ਹੋਇਆ ਕਰਦਾ ਸੀ। ਦਿਹਾਰ ਦੇ ਰੁੱਖਾਂ ਨੂੰ ਕਟਾ ਕੇ ਉਸ ਦੀਆਂ ਸਤੀਰੀਆਂ ਬਣਦੀਆਂ, ਫਿਰ ਸਤੀਰੀਆਂ ਦਾ ਗੱਠਾ ਬਣਾ ਕੇ ਨਦੀ 'ਤੇ ਰੇੜ ਦਿੱਤੀਆਂ ਜਾਂਦੀਆਂ ਅਤੇ ਪੰਜਾਬ 'ਚ ਆਪਣੇ ਸ਼ਹਿਰ ਕੋਲ ਪਹੁੰਚ ਜਾਣ 'ਤੇ ਨਦੀ 'ਚ ਕੱਢ ਲੈਣੀਆਂ।
ਉਸੇ ਦੌਰਾਨ ਉਹਨਾਂ ਨੂੰ ਇਹ ਥਾਂ ਪਸੰਦ ਆ ਗਈ। ਕੋਟਗੜ੍ਹ ਅਤੇ ਘਨੌਰ ਤੋਂ ਸਿਆਂ ਦੀ ਪੌਦ ਮੰਗਵਾ ਕੇ ਇਹ ਬਾਗ ਲਵਾਇਆ ਅਤੇ ਨਾਲ ਹੀ 2 ਕਮਰਿਆਂ ਦਾ ਇੱਕ ਮਕਾਨ ਵੀ। ਕੇਵਲ ਕਿਸ਼ਨ ਦੇ ਵਿਚਾਰ ਅਨੁਸਾਰ ਉਸ ਦੇ ਦਾਦਾ ਦੀ ਕੋਈ ਰਖੇਲ ਵੀ ਸੀ, ਇਸੇ ਚੰਬਾ ਦੇ ਇਲਾਕੇ ਦੀ, ਜਿਸ ਨੂੰ ਉਸਨੇ ਇੱਥੇ ਰੱਖਿਆ ਹੋਇਆ ਸੀ। ਇਸ ਪਾਸੇ ਦੀਆਂ ਔਰਤਾਂ ਸੋਹਣੀਆਂ ਹੋਣ ਦੇ ਨਾਲ ਨਾਲ ਖੂਬ ਲੰਬੀਆਂ, ਤੰਦਰੁਸਤ ਅਤੇ ਖੁਸ਼ ਮਿਜਾਜ ਹੁੰਦੀਆਂ ਹਨ। ਬੱਸ 'ਚ ਆਉਂਦਿਆਂ ਉਸਨੇ ਸੜਕ ਦੇ ਇੱਕ ਪਾਸੇ ਲੂਣਾ ਪਿੰਡ ਦਾ ਸਾਈਨ ਬੋਰਡ ਵੀ ਵੇਖਿਆ ਸੀ। ਸੰਭਵ ਹੈ ਰਾਜਾ ਰਸੂਲੂ ਦੀ ਲੂਣਾ ਇਸੇ ਪਿੰਡ ਦੀ ਰਹਿਣ ਵਾਲੀ ਹੋਵੇ। ਬੰਦਾ ਬਹਾਦਰ ਦੀਆਂ 2 ਬੀਵੀਆਂ 'ਚ ਇੱਕ ਬੀਵੀ ਚੰਬੇ ਦੀ ਰਾਜਕੁਮਾਰੀ ਬਾਰੇ ਵੀ ਉਸਨੇ ਸੁਣਿਆ ਹੋਇਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਗਦਦ ਰਾਣੀ ਬਾਰੇ ਵੀ। ਇਸ ਖੇਤਰ ਦੀਆਂ ਵਾਸੀਆਂ ਨੂੰ ਗੱਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਝ ਦੇਰ ਬਾਅਦ ਬਾਗ ਦਾ ਚੌਕੀਦਾਰ ਵੀ ਉਸ ਕੋਲ ਆਣ ਖੜਾ ਹੋਇਆ। ਅਮਰ ਦੇ ਉੱਥੇ ਪਹੁੰਚਣ ਨਾਲ ਬਾਗ ਦੇ ਚੌਕੀਦਾਰ ਮੋਤੀ ਰਾਮ ਦੇ ਚਿਹਰੇ ਉੱਤੇ ਕੁਝ ਉਤਸੁਕਤਾ ਅਤੇ ਪ੍ਰਸ਼ੰਸਾ ਪਸਰ ਗਈ। ਬਾਗ ਦਾ ਪਹਿਲਾ ਮੈਨੇਜਰ ਬਹੁਤ ਦਿਨ ਬਿਮਾਰ ਰਹਿਣ ਤੋਂ ਬਾਅਦ ਇੱਥੋਂ ਚਲਾ ਗਿਆ ਅਤੇ ਕੁਝ ਦਿਨਾਂ ਬਾਅਦ ਇਸ ਦੁਨੀਆ ਤੋਂ ਹੀ ਕੂਚ ਕਰ ਗਿਆ ਸੀ। ਬਾਗ 'ਚ 2 ਮਕਾਨ ਸਨ, ਇੱਕ 2 ਕਮਰਿਆਂ ਦਾ ਅਤੇ ਦੂਸਰਾ ਚੌਕੀਦਾਰ ਲਈ 1 ਕਮਰੇ ਦਾ। ਲੱਗਦਾ ਸੀ ਜਿਵੇਂ ਚਿਰਾਂ ਤੋਂ ਇਸ ਦੀ ਦੇਖਭਾਲ ਨਹੀਂ ਹੋਈ। ਮੀਂਹ ਅਤੇ ਬਰਫ਼ਾਂ ਕਾਰਨ ਬਾਹਰੋਂ ਕੰਧਾਂ ਦੀ ਹਾਲਤ ਵਿਗੜੀ ਹੋਈ ਸੀ, ਸਲੇਟਾਂ ਦੀ ਛੱਤ। ਅਮਰ ਨੂੰ ਭੁੱਖ ਲੱਗੀ ਹੋਈ ਸੀ। ਹੈਵਰ ਸ਼ੇਕ 'ਚ ਉਸ ਨੇ ਚੌਲਾਂ, ਦਾਲਾਂ ਆਦਿ ਦੇ ਲਿਫਾਫੇ ਕੱਢ ਕੇ ਚੌਕੀਦਾਰ ਦੇ ਸਾਹਮਣੇ ਰੱਖਦਿਆਂ ਆਖਿਆ ਕਿ ਉਹ ਜਲਦੀ ਨਾਲ ਖਿਚੜੀ ਬਣਾ ਦੇਵੇ। ਫਿਰ ਅਮਰ ਨੇ ਰਸੋਈ 'ਚ ਜਾ ਕੇ ਵੇਖਿਆ ਕੰਧਾਂ ਧੂੰਏਂ ਨਾਲ ਧੁਆਖੀਆਂ ਹੋਈਆਂ, ਛੱਤ ਨਾਲ ਕਾਲੇ ਕਾਲੇ ਜਾਲੇ ਲਮਕ ਰਹੇ। ਇੱਕ ਪਾਸੇ ਮਿੱਟੀ ਦਾ ਚੁੱਲ੍ਹਾ, ਸੁੱਕੀਆਂ ਲੱਕੜਾਂ ਦਾ ਢੇਰ, ਇਸ ਦੇ ਇਲਾਵਾ 3-4 ਚਿੱਬ ਪਏ ਡੱਬੇ, ਧੂੰਏਂ ਨਾਲ ਕਾਲਾ ਹੋਇਆ ਇੱਕ ਪਤੀਲਾ। ਮਕਾਨ ਦੇ ਅੰਦਰ ਵੜ ਕੇ ਵੇਖਿਆ। ਸੌਣ ਲਈ ਲੱਕੜੀ ਦੇ ਫੱਟਿਆਂ ਦਾ ਬਣਿਆ ਇੱਕ ਤਖਤਪੋਸ਼, ਉੱਪਰ ਮੈਲੀ ਜਿਹੀ ਤਲਾਈ, ਚਾਦਰ ਨਾਦਾਰਦ। ਸ਼ੁਕਰ ਇਹ ਕਿ ਅਮਰ ਆਪਣੇ ਨਾਲ ਇੱਕ ਲੋਈ ਲੈ ਕੇ ਆਇਆ ਸੀ। ਇੱਕ ਪਾਸੇ ਆਲੇ 'ਚ ਸਰੋਂ ਦੇ ਤੇਲ ਵਾਲਾ ਦੀਵਾ, ਕਿੱਲੀ ਨਾਲ ਇੱਕ ਲਾਲਟਨ ਟੰਗੀ ਹੋਈ, ਜਿਸ ਦੀ ਚਿਮਨੀ ਕਾਲੀ ਹੋ ਗਈ ਸੀ। ਮਨ ਹੀ ਮਨ ਸੋਚਿਆ ਕਿ ਛੇਤੀ ਹੀ ਉਹ ਚੰਬੇ ਜਾ ਕੇ ਨਵੇਂ ਬਿਸਤਰੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਲੈ ਆਵੇਗਾ। ਅਗਲੀ ਸਵੇਰ ਅਮਰ ਨੇ ਮੋਤੀ ਰਾਮ ਨੂੰ ਦਲੀਆ, ਚੀਨੀ, ਚਾਹ ਪਾਊਡਰ, ਮਿਲਕ ਆਦਿ ਦਿੰਦਿਆਂ ਪੁੱਛਿਆ, ਚਾਹ ਬਣਾਉਣੀ ਆਉਂਦੀ ਹੈ? ਅਤੇ ਦਲੀਆ? ਕਿਉਂ ਨਹੀਂ, ਪਿਛਲੇ ਮੈਨੇਜਰ ਲਈ ਬਣਾਉਂਦਾ ਰਿਹਾ ਹਾਂ। ਹੁਣ ਤੁਸੀਂ ਆ ਗਏ, ਮੈਂ ਪਿੰਡੋਂ ਆਪਣੀ ਧੀ ਨੂੰ ਬੁਲਾ ਲਵਾਂਗਾ ਜਾਂ ਲਾੜੀ ਨੂੰ। ਬੁਲਾ ਲਈ। ਅਮਰ ਬੋਲਿਆ, ਮੈਂ ਹੁਣ ਇੱਥੇ ਹੀ ਰਹਾਂਗਾ ਕਾਫੀ ਦਿਨ। ਇਹ ਰਸੋਈ ਦਾ ਕੰਮ ਆਦਮੀਆਂ ਦੇ ਵੱਸ ਦਾ ਨਹੀਂ। ਦਲੀਏ ਦਾ ਨਾਸ਼ਤਾ ਬਣਾਉਣ ਲਈ ਕਹਿ ਕੇ ਅਮਰ ਬਾਗ ਦਾ ਚੱਕਰ ਲਾਉਣ ਲਈ ਤੁਰ ਪਿਆ। ਕਿਤੇ ਕਿਤੇ ਬਹੁਤ ਲੰਬੀ ਘਾਹ ਉੱਗੀ ਹੋਈ ਸੀ ਅਤੇ ਝਾੜੀਆਂ ਵੀ ਕੱਟਣ ਵਾਲੀਆਂ ਸਨ। ਵਿਚਕਾਰ ਕਿਤੇ ਕਿਤੇ ਰੰਗ ਬਰੰਗੇ ਜੰਗਲੀ ਫੁੱਲ ਖਿੜੇ ਹੋਏ। ਇੱਕ ਪਾਸੇ ਛੋਟੇ ਛੋਟੇ 2 ਖੇਤ, ਜਿਨ੍ਹਾਂ 'ਚ ਪੁਦੀਨਾ, ਧਨੀਆ, ਸ਼ਲਗਮ, ਗਾਜਰਾਂ, ਰਾਜਮਾ, ਲਸਣ ਆਦਿ ਦੇ ਬੂਟੇ ਉੱਗੇ ਦਿਸ ਰਹੇ ਸਨ। ਵਾਹ, ਉਸਨੇ ਮਨ ਹੀ ਮਨ ਆਖਿਆ, ਮੈਂ ਚੰਬੇ ਜਾ ਕੇ ਹੋਰ ਸਬਜ਼ੀਆਂ ਦੇ ਵੀ ਲੈ ਆਵਾਂਗਾ। ਕੁਝ ਅੱਗੇ ਜਾ ਕੇ ਵੇਖਿਆ ਕਿ ਇੱਕ ਆਬਸਰ ਡਿੱਗ ਰਹੀ ਸੀ। ਪਾਣੀ ਨੂੰ ਹੱਥ ਲਾ ਕੇ ਵੇਖਿਆ ਤਾਂ ਠੰਡਾ ਠਾਰ ਪਾਣੀ ਜ਼ਰੂਰ ਕਿਤੋਂ ਬਰਫਾਂ ਤੋਂ ਆ ਰਿਹਾ ਹੋਵੇਗਾ। ਉਸਨੇ ਮਨ ਹੀ ਮਨ ਆਖਿਆ, ਗਰਮੀਆਂ ਦੇ ਦਿਨਾਂ 'ਚ ਨਹਾਇਆ ਕਰਾਂਗਾ ਆਬਸਾਰ ਥੱਲੇ ਬੈਠ ਕੇ। ਆਬਸਾਰ ਤੋਂ ਜਰਾ ਕੁ ਦੂਰ ਇੱਕ ਪੱਥਰ 'ਤੇ ਬੈਠ ਕੇ ਕੁਝ ਦੇਰ ਤੱਕ ਚਟਾਨਾਂ ਨਾਲ ਖਹਿ ਕੇ ਡਿੱਗਦੇ ਪਾਣੀ ਨੂੰ ਵੇਖਦਾ ਰਿਹਾ। ਰਾਤ ਨੂੰ ਦੇਵਦਾਰ ਅਤੇ ਸਿਓ ਦੇ ਰੁੱਖਾਂ 'ਚ ਨਿਕਲਦੀ ਛਾਂ ਛਾਂ ਕਰਦੀ ਹਵਾ ਅਤੇ ਕੁਝ ਦੇਰ ਬਾਅਦ ਹਵਾ ਬਿਲਕੁਲ ਬੰਦ। ਉਸ ਤੋਂ ਬਾਅਦ ਐਸੀ ਭੈ ਭੀਤ ਜਿਹੀ ਚੁੱਪ ਕਿ ਜੇ ਰੁੱਖਾਂ ਦਾ ਪੱਤਾ ਵੀ ਡਿੱਗੇ ਤਾਂ ਸੁਣਾਈ ਦੇ ਦੇਵੇ। ਕਦੇ ਕਦੇ ਇਸ ਚੁੱਪ ਨੂੰ ਚੀਰਦੀ ਕਿਸੇ ਜੰਗਲੀ ਜਾਨਵਰ ਦੀ ਆਵਾਜ਼, ਕੀਚੂ ਕੀਚੂ। ਜਦੋਂ ਅਮਰ ਪਿਛਲੇ ਦਿਨ ਇੱਥੇ ਪਹੁੰਚਿਆ ਸੀ ਤਾਂ ਆਕਾਸ਼ 'ਚ ਕੁਝ ਬੱਦਲਵਾਈ ਸੀ। ਹੁਣ ਸਵੇਰੇ ਜਦ ਉੱਠ ਕੇ ਬਾਹਰ ਆਇਆ ਤਾਂ ਥੋੜ੍ਹੀ ਜਿਹੀ ਦੂਰ ਪੀਰ ਪੰਜਾਲ ਦੇ ਪਰਬਤਾਂ ਦੀਆਂ ਬਰਫ਼ ਦੀਆਂ ਚੋਟੀਆਂ ਦਿਸ ਰਹੀਆਂ ਸਨ। ਨੀਲੇ ਆਕਾਸ਼ 'ਚ 2 ਇੱਲਾਂ ਉੱਡਦੀਆਂ ਅਤੇ ਕੁਝ ਦੂਰ ਢਲਾਨਾਂ 'ਤੇ ਕੋਈ ਮਕਾਨ ਜਾਂ ਕੋਈ ਛੋਟਾ ਜਿਹਾ ਪਿੰਡ। ਆਬਸਾਰ ਦੀ ਆਵਾਜ਼ ਵੀ ਆ ਰਹੀ ਸੀ। ਵਾਪਸ ਪਹੁੰਚਿਆ
ਤਾਂ ਮੋਤੀ ਰਾਮ ਨੇ ਆਖਿਆ, ਦਲੀਆ ਤਿਆਰ ਹੈ। ਅਮਰ ਨੇ ਢੱਕਣ ਉਤਾਰ ਕੇ ਵੇਖਿਆ, ਠੀਕ ਹੀ ਬਣਿਆ ਸੀ। ਜਦੋਂ ਉਹ ਦਲੀਆ ਖਾ ਰਿਹਾ ਸੀ ਤਾਂ ਮੋਤੀ ਰਾਮ ਨੇ ਦੱਸਿਆ ਕਿ ਜਿਸ ਰਸਤਿਓਂ ਉਹ ਰਾਣੀਕੋਟ ਤੋਂ ਆਇਆ ਸੀ ਉਹ ਬਹੁਤ ਲੰਬਾ ਹੈ। ਇਹ ਦੂਸਰਾ ਰਸਤਾ ਵੀ ਹੈ, ਛੋਟਾ ਪਰ ਚੜ੍ਹਾਈਆਂ ਉਤਰਾਈਆਂ ਵਾਲਾ ਹੈ। ਇੱਥੇ ਰਹਿੰਦਿਆਂ ਉਤਰਨ ਚੜ੍ਹਨ ਦੀ ਆਦਤ ਪੈ ਜਾਵੇਗੀ। ਪਹਿਲੇ ਦਿਨ ਆ ਕੇ ਜਦ ਅਮਰ ਕਮਰੇ 'ਚ ਵੜਿਆ ਸੀ ਤਾਂ ਸ਼ਾਮ ਪੈ ਚੁੱਕੀ ਸੀ। ਹੁਣ ਜਦ ਅੰਦਰ ਵੜਿਆ ਤਾਂ ਵੇਖਿਆ ਕਿ ਕੰਧਾਂ 'ਤੇ ਜਿਵੇਂ ਕਈ ਵਰ੍ਹਿਆਂ ਤੋਂ ਕਲੀ ਨਾ ਹੋਈ ਹੋਵੇ। ਇੱਧਰ ਉੱਧਰ ਮੱਕੜੀਆਂ ਨੇ ਜਾਲੇ ਬਣਾਏ ਹੋਏ ਸੀ। ਇਸ ਫਰਸ਼ 'ਤੇ ਪੰਛੀਆਂ ਦੇ ਪੰਖ ਜਾਂ ਬਿੱਠਾਂ ਪੰਗਾਂ ਹੋਈਆਂ ਸਨ। ਸ਼ੀਸ਼ੇ ਦੀਆਂ ਬਾਰੀਆਂ ਬੇਸ਼ੱਕ ਸਨ, ਪਰ ਮੈਲ ਅਤੇ ਧੂੰਏਂ ਦੀ ਪਰਤ ਜੰਮੀ ਹੋਣ ਕਰਕੇ ਉਹਨਾਂ 'ਚ ਕੁਝ ਬਾਹਰ ਦਿਸਦਾ ਤਾਂ ਅੰਦਰ ਰੌਸ਼ਨੀ ਆ ਰਹੀ ਸੀ। ਬੜੀ ਮੁਸ਼ਕਲ ਨਾਲ ਬਾਰੀਆਂ ਖੁੱਲ੍ਹੀਆਂ ਤੇ ਰੌਸ਼ਨੀ ਦਾ ਬੁੱਲਾ ਜਿਹਾ ਅੰਦਰ ਆ ਵੜਿਆ। ਕਮਰੇ 'ਚ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਦੇ ਇਲਾਵਾ ਜਿਸ ਨੂੰ ਵੇਖ ਕੇ ਉਸ ਨੂੰ ਹੈਰਾਨੀ ਹੋਈ, ਉਹ ਸਨ ਬਿਜਲੀ ਦੀਆਂ ਤਾਰਾਂ ਅਤੇ ਸਵਿੱਚ। ਉਸਨੇ ਮੋਤੀ ਰਾਮ ਨੂੰ ਬੁਲਾ ਕੇ ਪੁੱਛਿਆ ਕਿ ਬਿਜਲੀ ਤਾਂ ਹੈ ਨਹੀਂ, ਪਰ ਇਹ ਤਾਰਾਂ ਸਵਿੱਚ ਕਾਹਦੇ ਲਈ? ਜੀ ਸਾਹਿਬ ਜੀ, ਬਿਜਲੀ ਤਾਂ ਹੈ ਸੀ, ਪਰ ਮੈਨੇਜਰ ਦੇ ਚਲੇ ਜਾਣ ਬਾਅਦ ਹਨੇਰੀਆਂ ਅਤੇ ਬਰਫਾਂ ਕਾਰਨ ਤਾਰਾਂ ਟੁੱਟ ਗਈਆਂ ਅਤੇ ਹੁਣ ਤੁਸੀਂ ਆ ਗਏ ਤਾਂ ਇਹ ਬਿਜਲੀ ਇੱਥੇ ਕਿੱਧਰੋਂ ਆਈ? ਜੀ ਦੂਰ ਕਿਤੇ ਇੱਕ ਬਿਜਲੀ ਘਰ ਹੈ ਅਤੇ ਇੱਕ ਨਦੀ ਦੇ ਕੰਢੇ, ਉੱਥੇ ਪਾਣੀ ਰੋਕ ਕੇ ਬਿਜਲੀ ਬਣਾਈ ਜਾਂਦੀ ਹੈ। ਵਾਹ, ਇਹ ਤਾਂ ਮੌਜ ਬਣ ਗਈ। ਅਮਰ ਨੇ ਮਨ ਹੀ ਮਨ ਆਖਿਆ, ਮੈਂ ਛੇਤੀ ਹੀ ਕਿਸੇ ਕਾਰੀਗਰ ਨੂੰ ਬੁਲਾ ਕੇ ਠੀਕ ਕਰਾ ਲਵਾਂਗਾ। ਕਦੇ ਦਿੱਲੀ ਜਾ ਕੇ ਟੇਪ ਰਿਕਾਰਡ ਅਤੇ ਟੇਪ ਜਾਂ CD ਲੈ ਕੇ ਆਵਾਂਗਾ। ਫਿਰ ਉਸਨੇ ਰੁੱਖਾਂ ਨਾਲ ਲਮਕਦੇ ਸਿਆਂ ਵੱਲ ਤੱਕਦਿਆਂ ਆਖਿਆ, ਬਾਈ ਮੋਤੀ ਰਾਮ ਸਿਓ ਤੇ ਪੱਕਣ ਵਾਲੇ ਹਨ। ਪੱਕ ਜਾਣ ਤੋਂ ਬਾਅਦ ਇਸ ਦੀ ਚਿੰਤਾ ਕੋਈ ਨਹੀਂ। ਜਿਉਂ ਹੀ ਰੁੱਖਾਂ 'ਤੇ ਫਲ ਆਉਂਦੇ ਹਨ ਤਾਂ ਕੋਈ ਠੇਕੇਦਾਰ ਆ ਕੇ ਸਾਰੇ ਬਾਗ ਦਾ ਠੇਕਾ ਲੈ ਲੈਂਦਾ ਹੈ। ਉਸ ਤੋਂ ਬਾਅਦ ਸਾਰਾ ਸਿਰ ਦਰਦ ਉਸਦਾ। ਉਹੀ ਦਵਾਈ ਛਿੜਕੇ, ਉਹੀ ਪੱਕਣ 'ਤੇ ਤੋੜੇ ਅਤੇ ਉਹੀ ਪੇਟੀਆਂ 'ਚ ਭਰ ਕੇ ਲੈ ਜਾਵੇ। ਅਸਾਂ ਤਾਂ ਬਸ ਰਾਖੀ ਕਰਨੀ ਆ ਜਾਂ ਫੁੱਲਾਂ ਦੇ ਆਉਣ ਤੋਂ ਪਹਿਲਾਂ ਟਾਹਣੀਆਂ ਦੀ ਛਾਂਟੀ ਕਰਨਾ, ਥੱਲਿਓਂ ਘਾਹ ਕੱਟਣਾ। ਅਮਰ ਕੁਝ ਸੋਚਦਿਆਂ ਕਹਿ ਉੱਠਿਆ, ਮੈਂ ਇਸ ਪਾਸੇ ਆਉਂਦਿਆਂ ਸਿਆਂ ਨੂੰ ਪੱਕਿਆ ਵੇਖਿਆ, ਪਰ ਇੱਥੇ ਹਲੇ ਕੁਝ ਕੱਚੇ ਹਨ। ਇਹ ਥਾਂ ਉੱਚੀ ਹੈ, ਠੰਡ ਵੀ ਕੁਝ ਜ਼ਿਆਦਾ, ਇਸ ਲਈ ਦੇਰ ਬਾਅਦ ਪੱਕਦੇ ਆ, ਪਰ ਇਸ ਦੀ ਮਿਠਾਸ ਅੱਬਲ ਨੰਬਰ। ਜਿਸ ਪਾਸੇ ਰੁੱਖਾਂ ਨੂੰ ਧੁੱਪ ਲੱਗਦੀ ਤਕਰੀਬਨ ਪੱਕ ਗਈ, ਖਾ ਕੇ ਵੇਖਣਾ। ਅਗਲੇ ਦਿਨ ਮੋਤੀ ਰਾਮ ਕਮਰੇ ਅੰਦਰ ਤਖਤ ਪੋਸ਼ ਉੱਤੇ ਵਿਛੇ ਕੰਬਲਾਂ ਖੇਸੀਆਂ ਨੂੰ ਧੁੱਪ ਲਵਾਉਣ ਲਈ ਬਾਹਰ ਲੈ ਆਇਆ। ਹਲੇ ਝਾੜ ਕੇ ਧੁੱਪ ਲਵਾਉਣ ਲਈ ਸੁੱਕੇ ਪੱਤਿਆਂ 'ਤੇ ਵਿਛਾਉਣ ਹੀ ਲੱਗਿਆ ਸੀ ਕਿ ਪਹਾੜਾਂ ਪਿੱਛੋਂ ਬੱਦਲ ਨਮੂਦਾਰ ਹੋਣ ਲੱਗੇ। ਥੋੜ੍ਹੀ ਹੀ ਦੇਰ ਬਾਅਦ ਕਾਲੇ ਭੂਰੇ ਬੱਦਲ ਸਾਰੇ ਆਕਾਸ਼ 'ਚ ਪਸਰ ਗਏ। ਪਹਿਲਾਂ ਕਣੀਆਂ ਅਤੇ ਫਿਰ ਵਰਖਾ ਸ਼ੁਰੂ ਹੋ ਗਈ। ਕੰਬਲ ਖੇਸੀਆਂ ਚੁੱਕ ਕੇ ਅਮਰ ਕਮਰੇ ਅੰਦਰ ਆ ਗਿਆ ਅਤੇ ਬਾਰੀ ਖੋਲ੍ਹ ਬੈਠ ਕੇ ਬਾਹਰ ਵੱਲ ਤੱਕਦਿਆਂ ਵਰਖਾ ਰੁਕਣ ਦੀ ਉਡੀਕ ਕਰਨ ਲੱਗਾ। ਫਿਰ 2 ਘੰਟੇ ਬੀਤ ਗਏ। ਮੀਂਹ ਥੋੜ੍ਹੀ ਦੇਰ ਲਈ ਬੰਦ ਹੁੰਦਾ ਅਤੇ ਮੁੜ ਸ਼ੁਰੂ ਹੋ ਜਾਂਦਾ। ਰਾਤ ਪੈ ਗਈ। ਅਗਲੇ ਦਿਨ ਮੁੜ ਉਹੀ ਬੱਦਲਵਾਈ। ਪੁੱਛਣ 'ਤੇ ਮੋਤੀ ਰਾਮ ਨੇ ਦੱਸਿਆ, ਇੱਥੇ ਇਸੇ ਤਰ੍ਹਾਂ ਹੁੰਦਾ ਹੈ। ਇਹ ਬੱਦਲ ਵਰਖਾ ਮਨਮਰਜ਼ੀ ਦੀ ਮਾਲਕ। ਬੱਦਲਾਂ ਦੀ ਗੜਗੜ ਜਾਂ ਵਰਖਾ ਦੀ ਛਮਛਮ ਦੇ ਇਲਾਵਾ ਚਾਰੇ ਪਾਸੇ ਪੂਰਨ ਖਾਮੋਸ਼ੀ। ਪੀਰ ਪੰਜਾਲ ਪਰਬਤ ਦੀਆਂ ਬਰਫਾਨੀ ਚੋਟੀਆਂ ਕਦੇ ਬੱਦਲਾਂ ਕਾਰਨ ਛਿਪ ਜਾਂਦੀਆਂ, ਕਦੀ ਨਜ਼ਰ ਆਉਣ ਲੱਗ ਜਾਂਦੀਆਂ। ਆਕਾਸ਼ 'ਚ ਕੋਈ ਪੰਛੀ ਵਖੇਰੂ ਵੀ ਉੱਡਦਾ ਨਜ਼ਰ ਨਹੀਂ ਸੀ ਆ ਰਿਹਾ। ਅਮਰ ਨੂੰ ਲੱਗਿਆ ਜਿਵੇਂ ਉਹ ਇਸ ਦੁਨੀਆ 'ਚ ਬਿਲਕੁਲ ਇਕੱਲਾ ਹੋਵੇ, ਆਦਿ ਮਾਨਵ ਦੀ ਤਰ੍ਹਾਂ। ਬੈਠਿਆਂ ਕਲਪਨਾ 'ਚ ਦਿੱਲੀ ਸ਼ਹਿਰ ਦੀਆਂ ਰੌਣਕਾਂ ਵੇਖਣ ਲੱਗਦਾ, ਜਿੱਥੇ ਦੁਨੀਆ ਦੀ ਹਰ ਸ਼ੈ ਖਰੀਦੀ ਜਾ ਸਕਦੀ ਹੈ, ਜਿਸ ਦੀ ਉਂਝ ਲੋੜ ਨਹੀਂ ਹੁੰਦੀ, ਪਰ ਵੇਖ ਕੇ ਲੋੜ ਮਹਿਸੂਸ ਹੋਣ ਲੱਗਦੀ ਹੈ। ਸਿਨੇਮਾ ਘਰ ਹਨ, ਮਨ ਪਰਚਾਵੇ ਦੇ ਸਾਧਨ ਹਨ, ਦੋਸਤ ਰਿਸ਼ਤੇਦਾਰ ਹਨ। ਮੈਂ ਇੱਥੇ ਆ ਕੇ ਕੋਈ ਗਲਤੀ ਤਾਂ ਨਹੀਂ ਕੀਤੀ? ਉਹ ਆਪਣੇ ਨਾਲ ਗੱਲਾਂ ਕਰਨ ਲੱਗਾ। ਮੇਰੇ ਜੀਵਨ 'ਚ ਰਹਿ ਹੀ ਕੀ ਗਿਆ ਸੀ? ਨਾ ਹੀ ਆਪਸ 'ਚ ਸ਼ਾਂਤੀ ਤੇ ਨਾ ਹੀ ਘਰ 'ਚ। ਆਦਮੀ ਦੁਨੀਆ 'ਚ ਪਹਿਲਾਂ ਮਾਂ-ਬਾਪ ਦੋਸਤਾਂ ਨਾਲ ਜੁੜਦਾ ਹੈ, ਫਿਰ ਆਪਣੇ ਕਾਰੋਬਾਰ ਨੌਕਰੀ ਕਮਾਉਣ ਦੇ ਸਾਧਨਾਂ ਨਾਲ, ਇਸ ਦੇ ਨਾਲੋਂ ਨਾਲ ਆਪਣੀ ਬੀਵੀ ਬੱਚਿਆਂ ਨਾਲ। ਉਸ ਦੇ ਆਪਣੇ ਵਿਆਹ ਤੋਂ ਬਾਅਦ ਪ੍ਰੀਤੀ ਘਰ 'ਚ ਆਈ। ਵੇਖਣ 'ਚ ਸੋਹਣੀ ਸੀ, ਅੱਖਾਂ ਮੋਟੀਆਂ, ਬੁੱਲ੍ਹ ਗੁਲਾਬੀ, ਨੈਣ ਨਕਸ਼ ਤਿੱਖੇ, ਪਰ ਓਨੀ ਹੀ ਤਿੱਖੀ ਉਸਦੀ ਜੀਭ। ਸੋਚਿਆ ਇਹ ਸੀ ਕਿ ਬੁੱਢੀ ਮਾਂ ਨੂੰ ਚੌਂਕਾ ਭਾਂਡਾ ਕਰਨ ਤੋਂ ਕੁਝ ਆਰਾਮ ਨਸੀਬ ਹੋਵੇਗਾ, ਘਰ 'ਚ ਰੌਣਕ ਆ ਜਾਵੇਗੀ।
ਦਫ਼ਤਰ ਦੀ ਬੋਰੀਅਤ ਤੋਂ ਬਾਅਦ ਕੁਝ ਸੁੱਖ ਆਰਾਮ ਨਸੀਬ ਹੋਵੇਗਾ। ਸਰਕਾਰੀ ਦਫ਼ਤਰ 'ਚ ਉਸ ਦੇ ਸਹਿਕਰਮੀ ਅਫਸਰ ਚਾਹੁੰਦੇ ਸਨ ਕਿ ਉਹ ਹਰ ਤਰ੍ਹਾਂ ਦੀ ਗਲਤ ਕੰਮਾਂ 'ਚ ਕਰਪਸ਼ਨ 'ਚ ਉਸ ਦਾ ਸਾਥ ਦੇਵੇ। ਸਾਥ ਨਾ ਦੇਣ ਤੇ ਉਸ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ। ਦੁਖੀ ਮਨ ਨਾਲ ਘਰ ਪਹੁੰਚਦਾ ਤਾਂ ਪ੍ਰੀਤੀ ਉਸ ਉੱਪਰ ਆਪਣਾ ਰੋਹਬ ਜਮਾਉਣ ਲੱਗਦੀ। ਤੁਹਾਨੂੰ ਆਖਿਆ ਸੀ ਜਲਦੀ ਆ ਜਾਣਾ। ਅੱਜ ਪਿਕਚਰ ਦੇਖਣ ਜਾਣ ਦਾ ਪ੍ਰੋਗਰਾਮ ਸੀ। ਮੈਨੂੰ 2000 ਰੁਪਏ ਚਾਹੀਦੇ ਆ। ਮੰਗਤਿਆਂ ਵਰਗੇ ਕੱਪੜੇ ਪਾਈ ਰੱਖਦੀਆਂ। ਪਰਸੋਂ ਕਪਲਾ ਭੰਡਾਰੀ ਦੇ ਵਿਆਹ ਦੀ ਰਿਸੈਪਸ਼ਨ 'ਤੇ ਜਾਣਾ ਹੈ। ਇਹ ਬੁੱਢੇ ਬੁੱਢੀ ਵਿਹਲੇ ਬੈਠੇ ਖਾਈ ਜਾਂਦੇ ਆ। ਮੇਰੇ ਲਈ ਕੁਝ ਬਚਦਾ ਹੀ ਨਹੀਂ। ਤੁਸੀਂ ਕੋਈ ਹੋਰ ਚੰਗੀ ਨੌਕਰੀ ਹੀ ਕਿਉਂ ਨਹੀਂ ਕਰ ਲੈਂਦੇ? ਜਾਂ ਜਿਵੇਂ ਸਾਰੇ ਕਰਦੇ ਹਨ ਤੁਸੀਂ ਵੀ ਕਰੀ ਜਾਓ, ਪੈਸੇ ਕਮਾਓ। ਉਸਨੂੰ ਪ੍ਰੀਤੀ ਦੀਆਂ ਮੋਟੀਆਂ-ਮੋਟੀਆਂ ਅੱਖਾਂ ਕਿਸੇ ਵਿਗਿਆੜਨੀ ਦੀਆਂ ਅੱਖਾਂ ਲੱਗਣ ਲੱਗਦੀਆਂ। ਉਸ ਦੇ ਬੋਲ ਛੁਰੀਆਂ ਵਰਗੇ ਤਿੱਖੇ। ਇਸ ਦੇ ਵਿਪਰੀਤ ਅਮਰ ਆਪ ਬਹੁਤ ਭਾਵੁਕ ਸੰਵੇਦਨਸ਼ੀਲ ਸੀ। ਪ੍ਰੀਤੀ ਦੇ ਨਾਲ ਕਿਸੇ ਕਿਸਮ ਦੀ ਬਹਿਸ ਕਰਨ ਦਾ ਉਸਨੂੰ ਕੋਈ ਫਾਇਦਾ ਨਜ਼ਰ ਨਹੀਂ ਸੀ ਆਇਆ। ਨਾ ਹੀ ਉਸ ਬਦਦਮਾਗ ਔਰਤ ਦੀ ਬਕ-ਬਕ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਸੀ। ਪਹਿਲਾਂ ਉਸ ਦੇ ਮਾਂ-ਬਾਪ ਤੰਗ ਆ ਕੇ ਪਿੰਡ ਚਲੇ ਗਏ। ਕੁਝ ਮਹੀਨਿਆਂ ਬਾਅਦ ਪ੍ਰੀਤੀ ਆਪ ਵੀ ਕਿਸੇ ਹੋਰ ਨਾਲ ਜਾ ਕੇ ਰਹਿਣ ਲੱਗੀ, ਜਿਸ ਦੇ ਕੋਲ ਚਮਕਦੀ ਕਾਰ ਸੀ, ਸ਼ਾਨਦਾਰ ਮਕਾਨ ਸੀ, ਉੱਪਰਲੀ ਕਮਾਈ ਸੀ। ਇਹ ਕੁਝ ਸੋਚਦਿਆਂ ਅਮਰ ਆਪਣੇ ਕਮਰੇ ਦੀ ਬਾਰੀ ਕੋਲ ਆ ਬੈਠਿਆ। ਬਾਰੀ 'ਚ ਬੈਠਿਆਂ ਉਸਨੂੰ ਬਾਜੂ ਮੰਡਲ 'ਚ ਤੈਰਦੇ ਬੱਦਲਾਂ 'ਚ ਨਿੰਮੀ ਦਾ ਮੁਸਕਰਾਉਂਦਾ ਚਿਹਰਾ ਨਜ਼ਰ ਆਉਣ ਲੱਗਿਆ ਅਤੇ ਨਾਲ ਹੀ ਉਸ ਦੀਆਂ ਗੱਲਾਂ। ਫਿਰ ਉਹ ਪ੍ਰੀਤੀ ਦੇ ਚਲੇ ਜਾਣ ਬਾਅਦ ਆਪਣੇ ਜੀਵਨ ਦੇ ਉਹਨਾਂ ਖੁਸ਼ਗਵਾਰ ਪਲਾਂ 'ਚ ਗਵਾਚਿਆ ਬੈਠਾ ਰਿਹਾ ਜੋ ਉਸਨੇ ਨਿੰਮੀ ਨਾਲ ਗੁਜ਼ਾਰੇ ਸਨ। ਪਰ ਉਸ ਦੀ ਹੋਣੀ ਨੂੰ ਇਹ ਵੀ ਮਨਜ਼ੂਰ ਨਹੀਂ ਸੀ। ਉਸਨੇ ਆਪਣਾ ਅਗਲਾ ਜੀਵਨ ਨਿੰਮੀ ਨਾਲ ਬਿਤਾਉਣ ਦਾ ਸੁਝਾਅ ਰੱਖਿਆ ਤਾਂ ਨਿੰਮੀ ਨੇ ਖੁਸ਼ ਹੁੰਦਿਆਂ ਆਖਿਆ ਸੀ ਕਿ ਉਹ ਪਿੰਡ ਜਾ ਕੇ ਆਪਣੇ ਮਾਂ-ਬਾਪ, ਭਰਾ ਭਰਜਾਈ ਨਾਲ ਇਸ ਬਾਰੇ ਗੱਲ ਕਰਕੇ ਛੇਤੀ ਹੀ ਵਾਪਸ ਆ ਜਾਵੇਗੀ। ਦਿੱਲੀ 'ਚ ਉਹ ਆਪਣੇ ਮਾਮੇ ਦੇ ਘਰ ਰਹਿ ਰਹੀ ਸੀ, ਪਰ ਉਹ ਵਾਪਸ ਨਹੀਂ ਆਈ। ਰੇਲਵੇ ਸਟੇਸ਼ਨ ਤੋਂ ਟੈਕਸੀ ਲੈ ਕੇ ਪਿੰਡ ਵੱਲ ਜਾਂਦਿਆਂ ਐਕਸੀਡੈਂਟ ਹੋ ਗਿਆ। ਇਸ ਦੁਰਘਟਨਾ ਦੇ 6-7 ਮਹੀਨੇ ਬਾਅਦ ਉਸ ਦੀ ਆਪਣੀ ਮਾਂ ਅਤੇ ਫਿਰ ਬਾਪ ਦੀ ਮੌਤ ਵੀ ਹੋ ਗਈ। ਉਸ ਦੇ ਇੱਕ ਸਹਿਪਾਠੀ ਦੋਸਤ ਨੂੰ ਜਦੋਂ ਉਸ ਦੇ ਨੌਕਰੀ ਤੋਂ ਅਸਤੀਫਾ ਦੇਣ ਬਾਰੇ ਪਤਾ ਲੱਗਿਆ ਤਾਂ ਉਸਨੇ ਆਖਿਆ, ਤੂੰ ਮੇਰੇ ਨਾਲ ਮੇਰੇ ਬਿਜ਼ਨਸ ਰਲ ਜਾ। ਮੈਨੂੰ ਤੇਰੇ ਵਰਗੇ ਆਦਮੀ ਦੀ ਬਹੁਤ ਲੋੜ ਹੈ। ਅਮਰ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਤਪਾਲ ਮਹਾਜਨ ਨੂੰ ਸਰਕਾਰੀ ਮਹਿਕਮਿਆਂ 'ਚ ਹੀ ਨਹੀਂ ਬਲਕਿ ਮਿਲਟਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਪ੍ਰਕਾਰ ਦੀਆਂ ਸਪਲਾਈ ਕਰਦਾ ਸੀ। ਕਦੇ-ਕਦੇ ਛੋਟੀਆਂ-ਛੋਟੀਆਂ ਘਟਨਾਵਾਂ ਆਦਮੀ ਦਾ ਜੀਵਨ ਬਦਲ ਦਿੰਦੀਆਂ ਹਨ। ਉਹ ਬਾਰੀ 'ਚ ਬੈਠਿਆਂ ਸੋਚ ਰਿਹਾ ਸੀ। ਐਵੇਂ ਤੁਰਦਿਆਂ ਫਿਰਦਿਆਂ ਉਸਨੂੰ ਆਪਣਾ ਜਮਾਤੀ ਅਤੇ ਦੋਸਤ ਕਿਸ਼ਨ ਖੰਨਾ ਮਿਲ ਗਿਆ ਸੀ ਅਤੇ ਆਪਣੇ ਨਾਲ ਲੈ ਜਾ ਕੇ ਜ਼ੋਰ ਬਾਗ ਦੀ ਨਰਸਰੀ 'ਚ ਆਪਣੇ ਲਈ ਕੁਝ ਬੂਟੇ ਲੱਭਣ ਲੱਗਾ। ਅਮਰ ਨੂੰ ਬਚਪਨ ਤੋਂ ਹੀ ਫੁੱਲ ਬੂਟਿਆਂ ਨਾਲ ਲਗਾਓ ਸੀ। ਉਹ ਕਿੰਨਾ ਚਿਰ ਨਰਸਰੀ 'ਚ ਗਮਲਿਆਂ ਵਿੱਚ ਉੱਗੇ ਭਾਂਤ-ਭਾਂਤ ਦੇ ਫੁੱਲ ਬੂਟਿਆਂ ਨੂੰ ਵੇਖਦਾ ਕ੍ਰਿਸ਼ਨ ਨਾਲ ਉਹਨਾਂ ਬਾਰੇ ਗੱਲਾਂ ਕਰਦਾ ਰਿਹਾ। ਅਮਰ 'ਚ ਬੂਟਿਆਂ ਨੂੰ ਇੰਨੀ ਦਿਲਚਸਪੀ ਵੇਖ ਕੇ ਕਿਸ਼ਨ ਨੇ ਉਸਨੂੰ ਸੁਝਾਅ ਦਿੱਤਾ ਕਿ ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਜੇ ਉਹ ਹੋਰ ਕੁਝ ਨਹੀਂ ਕਰ ਰਿਹਾ ਤਾਂ ਉਹ ਉਸ ਦੇ ਬਾਗ ਦੀ ਦੇਖ-ਰੇਖ ਲਈ ਹੀ ਕਿਉਂ ਨਹੀਂ ਚਲਿਆ ਜਾਂਦਾ। ਮੀਂਹ ਬੰਦ ਹੋ ਗਿਆ। ਨਾਲ ਹੀ ਰਾਤ ਦਾ ਹਨੇਰਾ ਸਾਰੇ ਬਾਜੂ ਮੰਡਲ ਨੂੰ ਆਪਣੇ ਕਲਾਮੇ 'ਚ ਲੈਣ ਲੱਗਾ। ਰਾਤ ਦਾ ਹਨੇਰਾ ਵੀ ਇੰਨਾ ਹੀ ਮਹੱਤਵਪੂਰਨ ਹੈ ਧਰਤੀ ਲਈ। ਰੁੱਖ ਪਰਬਤ ਸੌਂ ਰਹੇ ਸਨ ਜਿਵੇਂ ਇਹ ਮਨੁੱਖ ਵੱਲੋਂ ਕੋਈ ਵਿਘਨ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ। ਇਹ ਆਰਾਮ ਕਰ ਰਹੇ ਸਨ, ਮੁੜ ਜਾਗਰਤ ਹੋ ਕੇ ਪ੍ਰਕਿਰਤੀ ਦੀ ਹਰ ਸ਼ੈ ਨੂੰ ਜੀਵਨ ਸ਼ਕਤੀ ਦੇਣ ਲਈ। ਧੰਨਵਾਦ।